अस्सलामुअलैकुम। वालेकुम जनाब अस्सलाम। फारूक अंजम खालिद साहब, सर दिख रहे क्या हैं। हाल कैसे चाल हैं है? आप? ठीक है ठाक आप? हैं बहुत वेलकम। जनाब अली। सर हम वेलकम। आपके इंटरव्यू के लिए हाजिर हुए हैं। बहुत शुक्रिया जी, आप आए, तशरीफ लाई, हाँ, ले तशरीफ जनाब रखें। चाय मंगाएं और इंशाल्लाह आपका इंटरव्यू शुरू करें। ठीक है जी। मोहम्मद फारूक अंजम, ये ਤੁਸੀਂ ਉਹਨਾਂ ਦੇ ਦਫ਼ਤਰ ਦੇ ਵਿੱਚ ਉਹਨਾਂ ਨੂੰ ਦੇਖ ਰਹੇ ਹੋ। ਮੁਹੰਮਦ ਫਾਰੂਕ ਅੰਜਮ ਮੈਨੇਜਰ ਦੀ ਕੁਰਸੀ ਤੇ ਬੈਠੇ ਨੇ ਜਨਾਬ। ਵਿੱਚ ਖਿਆਲ ਇਹ ਕੀਤਾ ਜਾਂਦਾ ਹੈ ਕਿ ਇਹ ਇੰਟਰਵਿਊ ਤੋਂ ਘਬਰਾਉਂਦੇ ਨੇ। ਅੱਜ ਅਸੀਂ फैसलाबाद ਦੇ ਵਿੱਚ ਇਹਨਾਂ ਨੂੰ ਉਹਨਾਂ ਦੇ ਦਫ਼ਤਰ 'ਚ ਆ ਫੜਿਆ ਹੈ। जी फारूक साहब, क्या जनाब हाल हैं आपके? अल्हम्दुलिल्लाह। मोहम्मद फारूक अंजम। बहुत शुक्रिया नवाजिश। फारूक साहब, मैं फारूक नाम ਤੇ ਹੁੰਦਾ ਤੇ ਅੰਜਮ ਕਿਦੋਂ ਸ਼ਾਮਲ ਹੋਈ? ਜਦੋਂ ਮੈਂ ਲਿਖਣ ਦਾ ਆਗਾਜ਼ ਕੀਤਾ ਨਾ ਜੀ, ਉਦੋਂ ਮੈਂ ਮੁਹੰਮਦ ਫਾਰੂਕ ਦੇ ਨਾਮ ਤੋਂ ਲਿਆ ਸੀ। ਫਿਰ ਮੇਰੇ ਪਿਆਰੇ ਦੋਸਤ ਨੇ ਰਿਆਜ਼ ਅਹਿਮਦ ਕਾਦਰੀ ਸਾਹਿਬ, ਤੇ ਉਹਨਾਂ ਨੇ ਕਿਹਾ ਯਾਰ ਇਹਦੇ ਨਾਲ ਇੱਕ ਤਖੱਲਸ ਲਗਾ, ਤੇ ਫਿਰ ਅੰਜਮ ਜਿਹੜਾ ਤਖੱਲਸ ਸੀਗਾ ਉਹ ਰਿਆਜ਼ ਕਾਦਰੀ ਸਾਹਿਬ ਨੇ ਦਿੱਤਾ ਸੀ। ਤੇ ਕਾਦਰੀ ਸਾਹਿਬ ਤੁਹਾਡੇ ਕਲਾਸ ਫੈਲੋ ਨੇ? ਨਹੀਂ, ਕਾਦਰੀ ਸਾਹਿਬ ਮੇਰੇ ਕਲਾਸ ਫੈਲੋ ਨਹੀਂ ਗੇ, ਕਿਉਂਕਿ ਮੈਂ ਗੁਲਾਮ ਨਬਾਦ ਨਿਊ ਮਾਡਲ ਹਾਈ ਸਕੂਲ 'ਚ ਪੜ੍ਹਦਾ ਸੀ ਤੇ ਇਹਨਾਂ ਦੀ ਰਿਹਾਇਸ਼ ਵੀ ਉੱਧਰ ਸੀ। ਅੱਛਾ ਅੱਛਾ, ਤੇ ਮੇਰੇ ਪਹਿਲੇ ਅਦਬੀ ਦੋਸਤ ਵੀ ਨੇ। ਸਹੀ ਸਹੀ ਸਹੀ। ਤੇ ਫਿਰ ਇਹਨਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਬਹੁਤ ਜ਼ਿਆਦਾ ਰਹਿੰਦਾ ਸੀ। ਅੱਛਾ, ਤੁਸੀਂ ਪਹਿਲੋਂ ਪੜ੍ਹਨਾ ਸ਼ੁਰੂ ਕੀਤਾ ਜਾਂ ਡਾਇਰੈਕਟ ਲਿਖਣਾ ਸ਼ੁਰੂ ਕਰ? ਨਾ ਜੀ ਨਹੀਂ, ਪਹਿਲੇ ਪੜ੍ਹਨਾ ਸ਼ੁਰੂ ਕੀਤਾ ਔਰ ਇੰਨਾ ਕੁ ਪੜ੍ਹਨਾ ਸ਼ੁਰੂ ਕੀਤਾ ਕਿ ਜਿਸ ਕਾਗਜ਼ ਦੇ ਟੁਕੜੇ 'ਚ ਤੰਦੂਰੋਂ ਰੋਟੀ ਵੀ ਆਉਂਦੀ ਸੀ ਨਾ, ਤੇ ਉਹ ਵੀ ਕਾਗਜ਼ ਦਾ ਟੁਕੜਾ ਪੜਿਆ ਜਾਂਦਾ ਸੀ। फारूक साहब है जवेद चौधरी साहब ਦਾ ਫਿਕਰਾ ਹੈ। ਨਹੀਂ ਜਨਾਬ, ਇਹ ਚਾਂਦ ਦੇ ਵਿੱਚ ਮੇਰਾ ਇੰਟਰਵਿਊ ਸੀਗਾ ਜੀ, ਖਾਦਮ ਹੁਸੈਨ ਮਜਾਹਦ ਸਾਹਿਬ ਨੇ ਲਿਆ ਸੀ। ਔਰ ਇਹ ਉਹਦੇ ਇੰਟਰਵਿਊ ਦੇ ਵਿੱਚ ਮੈਂ ਗੱਲ ਕੀਤੀ ਸੀ। ਅੱਛਾ, ਜਵੇਦ ਚੌਧਰੀ ਸਾਹਿਬ ਦੇ ਹੁਣ ਆਏ ਨੇ। ਲੇਕਿਨ ਜਵੇਦ ਚੌਧਰੀ ਸਾਹਿਬ ਤੁਹਾਡੇ ਤੋਂ ਛੋਟੇ ਤਾਂ ਨਹੀਂ ਹੈ? ਤੇ ਨਹੀਂ ਹੈ, ਵੱਡੇ ਨੇ, ਲੇਕਿਨ ਇਹ ਹੈ ਕਿ ਜ਼ਰੂਰੀ ਨਹੀਂ ਕਿ ਇਹ ਲੋਕ ਜਿਹੜੇ ਨੇ ਕਿਸੇ ਦੇ ਜੁਮਲੇ 'ਚ ਹੱਥ ਨਾਲ ਸਾਫ਼ ਕਰਦੇ ਹੋ। ਅੱਛਾ ਅੱਛਾ ਅੱਛਾ, ਮਦਾਲਾ ਤੇ ਵਸੀ ਹੈ ਉਹਨਾਂ ਦਾ। ਅੱਛਾ, ਤੁਸੀਂ ਕਿਹੜੀ ਕਲਾਸ 'ਚ ਸੀ ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ? ਪਹਿਲੀ ਕਹਾਣੀ ਕਿਦੋਂ ਲਿਖੀ, ਕਿਦੋਂ ਛਪੀ? ਇਹ 5ਵੀਂ ਜਾਂ 6ਵੀਂ ਦੀ ਬਾਤ ਹੈ ਕਿ ਮੈਂ ਉਦੋਂ ਪੜ੍ਹ ਕੇ ਲਿਖਣਾ ਸ਼ੁਰੂ ਕੀਤਾ ਸੀ ਬੱਚਿਆਂ ਦੇ ਇੱਕ ਰਸਾਲੇ 'ਚ, ਜਿਹੜਾ ਕਿ ਫੈਸਲਾਬਾਦ ਤੋਂ ਹੀ ਛਪਦਾ ਸੀ। ਔਰ ਉਸ ਤੋਂ ਬਾਅਦ ਫਿਰ ਉਹ ਲਿਖਣ ਦਾ ਜਿਹੜਾ ਸੀ ਸਿਲਸਿਲਾ ਸ਼ੁਰੂ ਹੋ ਗਿਆ। ਤੇ ਫਿਰ ਬਸ ਫਿਰ ਬੱਚਿਆਂ ਦਾ ਫਿਰ ਕੋਈ ਐਸਾ ਰਸਾਲਾ ਹੈ ਹੀ ਨਹੀਂ ਸੀ ਜਿਸ 'ਚ ਨਾਮ ਮੈਂ ਲਿਖਿਆ ਹੋਵੇ। ਬੱਚਿਆਂ ਦੇ ਰਸਾਲੇ ਨੇ ਛਾਪਿਆ ਤੁਹਾਨੂੰ? ਬਹੁਤ, ਕੋਈ ਐਸਾ ਰਸਾਲਾ ਹੀ ਨਹੀਂ ਸੀ ਅੱਛਾ ਜਿਹਦੇ 'ਚ ਮੈਂ ਨਾ ਲਿਖਿਆ ਬੱਚਿਆਂ ਦੇ ਮਰਜ਼ੀਆਂ ਦਾ। ਅੱਛਾ, ਉਸ ਤੋਂ ਬਾਅਦ ਤੁਸੀਂ ਚਾਂਦ 'ਚ ਗਏ? ਨਹੀਂ, ਜਦੋਂ ਮੈਂ ਬੱਚਿਆਂ ਦੇ ਰਸਾਲੇ 'ਚ ਲਿਖਦਾ ਸੀ ਉਦੋਂ ਹੀ ਮੈਂ ਚਾਂਦ 'ਚ ਚਲਾ ਗਿਆ ਸੀ। ਚਾਂਦ 'ਚ ਚਲੇ ਗਏ? ਚਾਂਦ 'ਚ ਫਿਰ ਬਹੁਤ ਤਵਾਤਰ ਨਾਲ ਲਿਖਿਆ। ਅੱਛਾ, ਤੁਸੀਂ ਮਹਿਸੂਸ ਕਰਦੇ ਹੋ ਕਿ ਚਾਂਦ ਨੇ ਤੁਹਾਡੇ ਲਿਖਣ ਦੇ ਅੰਦਾਜ਼ ਦੇ ਵਿੱਚ ਕੋਈ ਰਹਿਨਮਾਈ ਕੀਤੀ? ਬਿਲਕੁਲ ਕੀਤੀ ਜੀ। ਔਰ ਸਾਨੂੰ ਮਜ਼ਾਕ ਦੀ ਜਿਹੜੀ ਕਿਸ ਤਰ੍ਹਾਂ ਲਿਖਣਾ, ਜੁਮਲਾ ਕਿਸ ਤਰ੍ਹਾਂ ਬਣਾਉਣਾ, ਇਹ ਉਹਨਾਂ ਨੇ ਬਿਲਕੁਲ ਦੱਸਿਆ। ਚਾਂਦ ਨੇ ਬਿਲਕੁਲ ਦੱਸਿਆ। ਕਿਉਂਕਿ ਜਿਹੜੇ ਕੋਈ ਲੋਕ ਵੱਡੇ ਹੋ ਜਾਂਦੇ ਨੇ, ਚੰਗਾ ਲਿਖਣਾ ਸ਼ੁਰੂ ਕਰ ਦਿੰਦੇ ਨੇ ਅੱਛੀ ਜਗ੍ਹਾ ਤੇ, ਉਹ ਚਾਂਦ ਦਾ ਜ਼ਿਕਰ ਕਰਨਾ ਹੀ ਜਿਹੜਾ ਨਾ ਉਹਨਾਂ ਦੇ ਨਾਗਵਾਰ ਜੀ ਤਬੀਅਤ ਹੁੰਦੀ ਯਾਰ, ਚਾਂਦ ਦਾ ਜ਼ਿਕਰ ਕਰੀਏ। ਹਾਂਜੀ ਜੀ, ਇੱਕ ਬਹੁਤ ਬੜੇ ਅਦੀਬ ਨੇ, ਬਹੁਤ ਬੜੇ ਮਜ਼ਾਕ ਨਗਾਰ ਨੇ, ਸਾਡੇ ਨਾਲ ਹੀ ਲਿਖਦੇ ਸੀਗੇ। ਤੁਸੀਂ ਨਾ ਹੀ ਨੋ ਚਲੋ। ਹਾਂ, ਤੇ ਉਹਨਾਂ ਨੇ ਇੱਕ ਦਫਾ ਆਪਣੀ ਇੰਟਰਵਿਊ ਨੂੰ ਕਰਦੇ ਜੀ ਮੈਂ ਚਾਂਦ ਨਾਮੀ ਰਸਾਲੇ ਜੀ ਵੀ ਲਿਖਦਾ। ਮੈਂ ਵੀ ਉਹ ਸੁਣਿਆ ਸੀ ਇੰਟਰਵਿਊ। ਠੀਕ ਹੋ ਗਿਆ ਨਾ ਜੀ। ਤੇ ਹਾਲਾਂਕਿ ਉਹ ਉਦੋਂ ਸਾਡੇ ਨਾਲ ਲਿਖਦੇ ਸੀ, ਲੇਕਿਨ ਅਸੀਂ ਤਾਂ ਬੜੇ ਫਖਰ ਨਾਲ ਕਹਿੰਦੇ ਕਿ ਅਸੀਂ ਚਾਂਦ 'ਚ ਲਿਖਿਆ ਔਰ ਬੜਾ ਲਿਖਿਆ ਅਲਹਮਦੁਲਿਲਾ। ਖਾਲਿਦ ਬਿਨ ਅਹਿਮਦ ਸਾਹਿਬ ਨੇ ਸਾਡੀ ਬੜੀ ਰਹਿਨਮਾਈ ਕੀਤੀ। ਅਦਾਬ ਅਰਜ਼ ਨੂੰ ਤੁਸੀਂ ਟੱਚ ਨਹੀਂ ਕੀਤਾ? ਅਦਾਬ ਅਰਜ਼ ਤੇ ਮੈਂ ਨਹੀਂ ਕਹਾਣੀ ਲਿਖੀ ਕੋਈ ਵੀ। ਇਹ ਵਾਹਦ ਰਸਾਲਾ। ਫਿਰ ਤੁਸੀਂ ਕਰਾਚੀ ਵੱਲ ਨਿਕਲ ਗਏ, ਡਾਈਜੈਸਟਾਂ ਵੱਲ ਨਿਕਲ ਗਏ? ਹਾਂ, ਜਦੋਂ ਮੇਰਾ ਇਖਤਲਾਫ ਹੋਇਆ ਨਾ ਜੀ ਬੱਚਿਆਂ ਦੇ ਰਸਾਲੇ ਦੇ ਇੱਕ ਐਡੀਟਰ ਨਾਲ, ਤੇ ਫਿਰ ਮੈਂ ਫੈਸਲਾ ਡਾਕਟਰ ਸਾਹਿਬ ਸਨ ਮੇਰਾ ਖਿਆਲ, ਸ਼ਾਇਦ ਨਹੀਂ। ਅੱਛਾ, ਉਹ ਭਈਆ ਸਾਹਿਬ ਸਨ? ਹਾਂ, ਭਈਆ ਸਾਹਿਬ, ਬਿਲਕੁਲ ਸਹੀ ਬਾਤ ਹੈ ਜੀ। ਉਹ ਜਦੋਂ ਫਿਰ ਮੇਰਾ ਉਹਨਾਂ ਨਾਲ ਇਖਤਲਾਫ ਹੋਇਆ ਨਾ ਜੀ, ਫਿਰ ਮੈਂ ਉਦੋਂ ਕਿਹਾ ਕਿ ਨਹੀਂ, ਹੁਣ ਮੈਂ ਬੱਚਿਆਂ ਦੇ ਰਸਾਲੇ 'ਚ ਲਿਖਣਾ ਹੀ ਨਹੀਂ। ਤੇ ਮੈਂ ਉਦੋਂ ਨਏ ਔਫਕ 'ਚ ਪਹਿਲੀ ਕਹਾਣੀ ਲਿਖੀ, ਜਿਹੜਾ ਕਰਾਚੀ ਡਾਈਜੈਸਟ ਛਪਦਾ ਸੀ। ਉਹਦਾ ਬੜਾ ਰੋਜ਼ ਸੀਗਾ, ਜਗ੍ਹਾ ਬਣਾਉਣਾ ਹੀ ਬੜਾ ਮੁਸ਼ਕਲ ਕੰਮ ਸੀਗਾ। ਉਹ ਅੱਲਾ ਦਾ ਸ਼ੁਕਰ ਇਹ ਹੋਇਆ ਕਿ ਉਹਨਾਂ ਨੇ ਬੜੀ ਜਲਦੀ ਜਗ੍ਹਾ ਦੇ ਦਿੱਤੀ, ਔਰ ਉਸ ਤੋਂ ਨਾਲ ਹੀ ਫਿਰ ਅਖਬਾਰੇ ਜਾ। ਉਹ ਜਿਹੜਾ ਦੌਰ ਸੀ, ਉਸ ਦੌਰ 'ਚ ਰਾਈਟਰ ਅੰਨਾ ਸੀ ਕਿ ਡਾਈਜੈਸਟ ਇੰਨੀ ਕੁ ਕਾਂਟ ਛਾਂਟ ਤੇ ਇਹ ਉਹ ਕਿਸੇ ਮਾੜੇ ਰਾਈਟਰ ਦੀ ਜ਼ਰੂਰਤ ਨਹੀਂ ਸੀ ਹੈ ਕਿ ਡਾਈਜੈਸਟਾਂ ਨੂੰ ਟੱਚ ਕਰ ਸਕੇ। ਸੱਚੀ ਜਿਹੜੀ ਗੱਲ ਆ ਨਾ ਖਾਲਦ ਸਾਹਿਬ, ਸਹੀ ਮਿਹਨਤ 'ਚ ਨਾ ਅਸੀਂ ਮਿਹਨਤ ਕਰਕੇ ਅੱਗੇ ਵਧੇ ਹਾਂ। ਕਿਉਂਕਿ ਜਦੋਂ ਅਸੀਂ ਲਿਖ ਰਹੇ ਸੀ ਨਾ, ਉਦੋਂ ਬੜਾ ਰਾਈਟਰ ਸੀ, M.A. ਰਾਹਤ, ਮਹਿਮੂਦ ਅਹਿਮਦ ਮੋਦੀ, ਹਕਲੀਮ ਅਲੀਮ ਔਰ ਮਯੂਦੀਨ ਨਵਾਬ, ਇਹ ਬੜੇ ਰਾਈਟਰ ਮੌਜੂਦ ਸੀਗੇ। ਇਹਨਾਂ ਦੇ ਵਿੱਚ ਜਾ ਕੇ ਅਸੀਂ ਜਗ੍ਹਾ ਬਣਾਈ। ਅੱਜ ਦੇ ਜਿਹੜਾ ਰਾਈਟਰ ਆ ਨਾ, ਉਹਨਾਂ ਨੂੰ ਤਾਂ ਕੰਪੀਟੀਸ਼ਨ ਦਾ ਸਾਹਮਣਾ ਹੀ ਨਹੀਂ ਹੈ।
ਤੁਹਾਨੂੰ ਵੀ ਕਹਾਣੀਆਂ ਦਾ ਮੁਆਵਜ਼ਾ ਮਿਲਦਾ ਹੈ ਕਿ ਬਸ ਵੈਸੇ ਹੀ ਲਿਖਦੇ ਮੈਂ ਕਦੀ ਮੁਫਤ ਲਿਖਿਆ ਹੀ ਨਹੀਂ, ਅੱਛਾ, ਸਵਾਲ ਹੀ ਪੈਦਾ ਨਹੀਂ ਹੁੰਦਾ, ਕਦੀ ਨਹੀਂ। ਕਦੀ ਨਹੀਂ। ਮੈਂ ਕੰਪਰੋਮਾਈਜ਼ ਪਹਿਲੀ ਕਹਾਣੀ ਦਾ ਵੀ ਤੁਹਾਨੂੰ ਮੁਆਵਜ਼ਾ ਮਿਲਿਆ? ਹਾਂ, ਬੱਚਿਆਂ ਦੇ ਜਦੋਂ ਰਸਾਲੇ ਸੀ ਉਹਨਾਂ ਨੇ ਮੁਆਵਜ਼ੇ ਨਹੀਂ ਦਿੱਤੇ ਉਦੋਂ, ਇਹ ਚ ਹੈ ਸੀਗਾ, ਲੇਕਿਨ ਇਹ ਹੈ ਕਿ ਨਵਾਏ ਵਕਤ ਦਾ ਜਿਹੜਾ ਫੂਲ ਸੀ ਉਹਨਾਂ ਨੇ ਫਸਟ ਟਾਈਮ ਮੈਨੂੰ ਮੁਆਵਜ਼ਾ ਦਿੱਤਾ ਸੀ। ਔਰ ਉਸ ਤੋਂ ਬਾਅਦ ਫਿਰ ਮੈਂ ਕਦੀ ਵੀ, ਯਾਨੀ ਅੱਜ ਵੀ ਮੈਂ ਕਿਸੇ ਨਾ ਪਬਲਿਸ਼ਰ ਨੂੰ ਮੁਆਵਜ਼ੇ ਤੇ ਕੰਪਰੋਮਾਈਜ਼ ਨਹੀਂ, ਮੈਂ ਮੁਆਵਜ਼ੇ ਤੇ ਕੰਪਰੋਮਾਈਜ਼ ਨਹੀਂ ਕੀਤਾ, ਬਿਲਕੁਲ ਨਹੀਂ। ਉਹ ਮੈਨੂੰ ਉਹਨਾਂ ਨੇ ਦੇਣਾ ਨਹੀਂ ਤਾਂ ਮੈਂ ਲਿਖਣਾ ਛੱਡ ਦੇਣਾ ਨਹੀਂ, ਕਿਉਂਕਿ ਉਹਦੀ ਵਜ੍ਹਾ ਇਹ ਹੈ, ਦੇਖੋ ਨਾ ਖਾਲਦ ਸਾਹਿਬ, ਕਿ ਇੱਕ ਜਿਹੜਾ ਡਾਈਜੈਸਟ ਹੈ ਉਹ ਹਰ ਚੀਜ਼ ਦੀ ਪੇ ਕਰਦਾ, ਕਾਗਜ਼ ਦੀ, ਕੰਪੋਜ਼ਿੰਗ ਦੀ, ਪ੍ਰੈਸ ਦੀ, ਬਾਈਂਡਿੰਗ ਦੀ, ਹਰ ਚੀਜ਼ ਦੀ, ਤੇ ਰਾਈਟਰ ਨੂੰ ਕਿਉਂ ਨਹੀਂ ਦਿੰਦਾ? ਹਾਂ ਬਿਲਕੁਲ, ਇਹ ਚੀਜ਼ ਤੇ ਹੈ ਜੀ, ਤਾਂ ਰਾਈਟਰ ਦਾ ਹੱਕ ਹੈ। ਅੱਛਾ ਅੱਛਾ, 10ਵੀਂ ਤੱਕ ਪਹੁੰਚਦੇ ਆ, ਤੁਸੀਂ ਕਿੰਨਾ ਕੁ ਸੰਗੇ ਮੀਲ ਜਿਹੜਾ ਅਬੂਰ ਕਰ ਲਿਆ ਸੀ? ਡਾਈਜੈਸਟ ਤੱਕ ਪਹੁੰਚ ਗਏ ਸੋ ਕਿ ਹਜੇ ਬਸ? ਨਹੀਂ, 10ਵੀਂ ਤੱਕ ਜਦੋਂ ਮੈਂ ਪਹੁੰਚਿਆ ਸੀ ਨਾ, ਜਦੋਂ ਮੈਂ ਬੱਚਿਆਂ ਦੇ तमाम ਰਸਾਲੇ ਸਰ ਕਰ ਚੁੱਕਿਆ ਸੀਗਾ, ਉਦੋਂ ਮੈਂ ਜਿਹੜੇ ਜੁਮਾ ਮੈਗਜ਼ੀਨ, ਅਖਬਾਰਾਂ, ਜੰਗ, ਇਹ ਉਹ, ਉਹਨਾਂ ਤੱਕ ਮੈਂ ਪਹੁੰਚ ਗਿਆ ਸੀ। ਅੱਛਾ ਅੱਛਾ। ਉਹ ਫਿਰ ਜਦੋਂ ਮੈਂ ਕਾਲਜ 'ਚ ਗਿਆ ਉਦੋਂ ਮੈਂ ਡਾਈਜੈਸਟ ਚਲਾ ਗਿਆ ਸੀ। ਡਾਈਜੈਸਟ ਲਿਖਣੇ ਸ਼ੁਰੂ ਕਰ ਦਿੱਤੇ, ਠੀਕ ਹੋ ਗਿਆ। ਅੱਛਾ, ਤੁਸੀਂ ਪੀਟੀਵੀ ਦੇ ਵੀ ਕੋਈ ਡਰਾਮੇ ਲਿਖੇ ਨੇ, ਕੋਈ ਪੰਜਾਬੀ? 2006, 7, 8 ਔਰ 9 ਚ ਮੈਂ ਡਰਾਮੇ ਲਿਖੇ, ਖਾਲਿਦ ਰਸ਼ੀਦ ਸਾਹਿਬ ਨਾਲ, ਅੱਛਾ, ਲਿਆ ਸਾਹਿਬ ਨਾਲ, ਨਾਸਰ ਬਲੋਚ ਗਾਲਤਾਂ ਉਹਨਾਂ ਦਾ, ਮਤਰੂਬ ਅਹਿਮਦ ਬਲੋਚ, ਅੱਛਾ, ਉਹਨਾਂ ਦੇ ਨਾਲ ਮੈਂ ਇਹਨਾਂ ਦੇ ਨਾਲ ਉਦੋਂ ਮੈਂ ਕਾਫੀ ਕੰਮ ਕੀਤਾ। ਤੇ ਉਹ ਅਸਲ ਦੇ ਵਿੱਚ ਇਹ ਬਾਤ ਹੈ ਕਿ ਉਦੋਂ ਨਾ YouTube ਤੇ ਹੈ ਕੋਈ ਨਹੀਂ ਸੀ, ਤੇ ਉਹ ਡਰਾਮੇ ਜਿਹੜੇ ਨਾ ਹੁਣ ਤੇ YouTube 'ਚ ਚਲੇ ਜਾਂਦੇ ਨੇ, ਬੜੀ ਆਸਾਨੀ ਆ, ਰਸਾਈ ਹੈ, ਤੇ ਉਦੋਂ ਹੈ ਕੋਈ ਨਹੀਂ ਸੀਗਾ ਉਦੋਂ। ਫਿਰ ਉਹ ਮਾਰਾ ਲੋ ਡਰਾਮੇ ਜਿਹੜੇ ਨਾ ਹੈ ਨਹੀਂ। ਲੇਕਿਨ ਤੁਹਾਡੇ ਕਿੰਨੇ ਕੁ ਨਾਵਲ ਇਸ ਵੇਲੇ ਆ ਚੁੱਕੇ? ਮੇਰੇ ਨਾ ਜੀ ਨਾਵਲ ਇਸ ਟਾਈਮ ਜਿਹੜੇ ਨਾ ਜੀ, ਉਹ 12 ਨਾਵਲ ਜਿਹੜੇ ਨੇ ਮੇਰੇ ਛਪੇ ਨੇ। ਅੱਛਾ, ਇਹ ਸਾਰੇ ਪਹਿਲੇ ਸਿਲਸਿਲਾਵਾਰ ਕਹਾਣੀਆਂ ਅਖਬਾਰੇ ਜਹਾਂ 'ਚ ਛਪੀਆਂ ਸੀ, ਉੱਥੋਂ ਫਿਰ ਪਬਲਿਸ਼ਰ ਨੇ ਨਾਵਲ ਮੇਰੇ ਕੋਲ ਲਏ ਨੇ। ਅੱਛਾ, ਮੇਰੇ ਤੇ ਅੱਲਾ ਦਾ ਫਜ਼ਲ ਇਹ ਰਿਹਾ ਕਿ ਮੈਂ ਨਾ ਲਾਹੌਰ ਦੇ ਉਰਦੂ ਬਾਜ਼ਾਰ 'ਚ ਆਪਣੀ ਜੁੱਤੀ ਨਹੀਂ ਕਸਾਈ, ਅਲਹਮਦੁਲਿਲਾ। ਜਦੋਂ ਮੇਰਾ ਪਹਿਲਾ ਨਾਵਲ ਛਪਿਆ ਨਾ, ਉਹਦਾ ਸਿਲਸਿਲਾ ਮੇਰਾ ਜਦੋਂ ਅਖਬਾਰੇ ਜਹਾਂ ਚੱਲਿਆ, ਉਦੋਂ ਫਿਰ ਅਲੀ ਮੀਆਂ ਪਬਲੀਕੇਸ਼ਨ ਨੇ ਮੇਰੇ ਕੋਲ ਨਾਵਲ ਲੈ ਲਿਆ। ਫਿਰ ਉਸ ਤੋਂ ਬਾਅਦ ਮੁਖਤਲਿਫ ਪਬਲਿਸ਼ਰ ਹਜ਼ਰਾਤ ਨੇ ਅਲਹਮਦੁਲਿਲਾ ਨਾਵਲ ਲੈ ਲਿਆ। ਸਹੀ, ਮੈਨੂੰ ਉਹਦੇ ਵਾਸਤੇ ਤਗਦੋ ਨਹੀਂ ਕਰਦਾ। ਇਸ ਵੇਲੇ ਮਾਰਕੀਟ ਤੁਹਾਡੇ 12 ਨਾਵਲ ਨੇ? ਹਾਂ, 12 ਨਾਵਲ। ਤੇ ਕਿੰਨੇ ਤੁਹਾਡੇ ਪਾਈਪਲਾਈਨ 'ਚ ਨੇ ਜਿਹੜੇ ਕੁਝ ਛਪਣ ਲਈ ਤਿਆਰ ਨੇ? ਕਿਉਂਕਿ ਤੁਸੀਂ ਪਤਾ ਹੀ ਲੱਗਾ ਜੀ, ਜੋ ਹੀ ਕਹਾਣੀ ਤੁਹਾਡੀ ਪਾਇਆ ਤਕਮੀਲ ਨੂੰ ਪਹੁੰਚਦੀ ਹੈ, ਉਹ ਨਾਵਲ ਪਬਲਿਸ਼ਰ ਪਿੱਛੇ ਪਿੱਛੇ ਹੁੰਦਾ, ਲੇਕਿਨ ਤੁਸੀਂ ਬਸ ਆਪਣੀ ਮਰਜ਼ੀ ਦੇ ਪਬਲਿਸ਼ਰ ਨੂੰ ਦੇਣਾ ਚਾਹੁੰਦੇ। ਉਹਦੇ ਵਿੱਚ ਐਸਾ ਹੁੰਦਾ ਕਿ ਜਦੋਂ ਮੈਂ ਸਭ ਤੋਂ ਪਹਿਲੇ ਤਾਂ ਮੈਂ ਦੇਣਾ ਅਖਬਾਰੇ ਜਹਾਂ, ਅਖਬਾਰੇ ਜਹਾਂ ਜਦੋਂ ਛਪ ਜਾਂਦਾ ਨਾ ਜੀ, ਇੱਕ ਤੇ ਇੱਕ ਬਹੁਤ ਬੜਾ ਜਰੀਦਾ, ਉਹਦੀ ਇੱਕ ਮੋਹਰ ਲੱਗ ਜਾਂਦੀ, ਉਹਦੇ ਵਿੱਚ ਪਬਲਿਸ਼ਰ ਨੂੰ ਵੀ ਨਾ ਨਾਵਲ ਲੈਣਾ ਆਸਾਨ ਹੋ ਜਾਂਦਾ। ਸਹੀ, ਉਹ ਵੀ ਕਹਿੰਦਾ ਕਿ ਠੀਕ ਹੈ। ਫਿਰ ਉਸ ਤੋਂ ਬਾਅਦ ਇਹ ਕਿ ਫਿਰ ਮੇਰਾ ਦਿਲ ਕਰਦਾ ਮੈਂ ਦੇ ਦਿੰਦਾ, ਨਹੀਂ ਮੇਰਾ ਦਿਲ ਕਰਦਾ ਤਾਂ ਮੈਂ ਨਹੀਂ ਦਿੰਦਾ। ਤੁਸੀਂ ਥੀਏਟਰ ਲਈ ਵੀ ਲਿਖਿਆ? ਥੀਏਟਰ ਲਈ ਨਾ ਜੀ ਮੈਂ ਆਪਣਾ ਇੱਕ ਦਫਾ ਲਿਖਿਆ ਸੀਗਾ, ਲੇਕਿਨ ਇਹ ਹੈ ਕਿ ਉਹ ਬਸ ਉਹ ਕਿਸੇ ਇੱਧਰ ਉੱਧਰ ਦੀ ਨਜ਼ਰ 'ਚ ਹੀ ਹੋ ਗਿਆ। ਅੱਛਾ ਅੱਛਾ। ਤੇ ਬਾਅਦ ਫਿਰ ਯਾਨੀ ਕਿ ਫੈਸਲਾਬਾਦ ਆਰਟ ਕੌਂਸਲ ਤੋਂ ਤੁਹਾਡਾ ਕੋਈ ਪਲੇ ਜਿਹੜਾ? ਨਹੀਂ, ਫੈਸਲਾਬਾਦ ਆਰਟ ਕੌਂਸਲ 'ਚ ਨਹੀਂ ਹੋਇਆ, ਅਲਹਮਰਾ ਆਰਟ ਕੌਂਸਲ 'ਚ ਉਦੋਂ ਮੇਰਾ ਹੋਇਆ ਸੀਗਾ। ਤੇ ਉਦੋਂ 3 ਐਕਟ ਦਾ ਹੋਇਆ ਸੀਗਾ, ਔਰ ਉਹਦੀ ਮੈਂ ਇੱਕ ਤੁਹਾਨੂੰ ਇਹਦਾ ਦੱਸਦਾ ਕਿ ਉਹੀ ਜਦੋਂ ਮਸਲ ਕੋ ਥੋੜਾ ਜਿਹਾ ਗੜਬੜੀ ਹੋਈ ਹੈ, ਤੇ ਫਿਰ ਉਸ ਤੋਂ ਬਾਅਦ ਉਹੀ ਸਟੇਜ ਡਰਾਮਾ ਜਿਹੜਾ ਸੀ ਉਹ ਚਾਂਦ 'ਚ ਵੀ ਛਪਿਆ। ਕਿਹੜੇ ਨਾਂ ਤੋਂ ਸੀ? ਉਹ ਸੀ ਇਲਤਾਂ। ਦੇ ਜਿਹੜਾ ਪੰਜਾਬੀ ਦੇ ਵਿੱਚ ਇਲਤਾਂ ਲਫ਼ਜ਼ ਹੈ ਨਾ ਜੀ, ਜਿਹਨੂੰ ਜਿਹਦੇ ਸ਼ਰਾਰਤਾਂ ਜਾਂ ਉਹ ਇਲਤਾਂ ਦੇ ਨਾਮ ਤੋਂ ਚਾਂਦ 'ਚ ਬਾਅਦ ਛਪਿਆ ਸੀ। ਔਰ ਮੈਂ ਇਸ ਲਈ ਛਪਾਇਆ ਸੀਗਾ ਕਿਉਂਕਿ ਮੈਨੂੰ ਡਰ ਸੀਗਾ ਕਿ ਕਹਾਣੀ ਚੋਰੀ ਲੱਗੀ ਹੋ। ਕਿੰਨੀਆਂ ਕਹਾਣੀਆਂ ਲਿਖ ਚੁੱਕੇ ਹੋ ਤੁਸੀਂ? ਮੈਨੂੰ ਤਾਦਾਦ ਯਾਦ ਨਹੀਂ ਗਈ, ਕਿਉਂਕਿ ਮੇਰੇ ਕੋਲ ਮੈਂ ਉਹ 1000ਵੇਂ ਹਿੱਸੇ ਨੂੰ ਛੂ ਲਿਆ ਜਾਂ ਨਹੀਂ? ਛੋਟੀ ਵੱਡੀ? ਦੇਖੋ 1980 ਦਾ ਵਕਤ ਹੈ ਜਦੋਂ ਮੈਂ ਸਕੂਲ ਪੜ੍ਹਦਾ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਮੈਂ ਲਿਖ ਹੀ ਰਿਹਾ ਅਲਹਮਦੁਲਿਲਾ। ਅੱਛਾ। ਮੈਂ ਇਹਨਾਂ ਮੈਂ ਦੇਖੋ ਮੇਰੇ ਨਾ 40 ਕਿਸ਼ਤਵਾਰ ਸਿਲਸਿਲੇ ਸਿਰਫ ਅਖਬਾਰੇ ਜਹਾਂ 'ਚ ਛਪੇ। ਅੱਛਾ, ਜਿਨ੍ਹਾਂ ਚੋਂ 12 ਛਾਇਆ ਹੋਏ ਨੇ ਬਕਾਇਆ ਤੁਹਾਡੇ ਕੋਲ? ਹਾਂ, ਹਲੇ ਮੇਰੇ ਕੋਲ ਬਏ ਨੇ, ਯਾਨੀ 40 ਸਿਲਸਿਲੇ ਮੈਂ ਸਿਰਫ ਅਖਬਾਰੇ ਜਹਾਂ। ਅੱਛਾ, ਅਖਬਾਰੇ ਜਹਾਂ 'ਚ 40 ਸਿਲਸਿਲੇ ਕਿਹੜੇ ਅਰਸੇ ਲਿਖੇ? 1999 ਤੋਂ ਲੈ ਕੇ ਹੁਣ ਤੱਕ, ਯਾਨੀ ਕਿ ਇਹ 40 ਸਿਲਸਿਲੇ ਨੇ, ਔਰ ਹਰ ਸਿਲਸਿਲਾ ਜਿਹੜਾ ਨਾ 15 ਤੋਂ 20 ਕਿਸ਼ਤਾਂ ਤੇ ਮੁਸਲਮਾਨ। ਸਹੀ ਜਿਹੜੇ ਇਹਦੇ ਤੇ ਲਿਖੇ। ਉਸ ਤੋਂ ਬਾਅਦ ਬਾਕੀ ਲਾਤਦਾਦ ਕਹਾਣੀਆਂ ਨੇ। ਪਾਕਿਸਤਾਨ ਦਾ ਕੋਈ ਐਸਾ ਡਾਈਜੈਸਟ ਨਹੀਂ ਜਿਸ 'ਚ ਮੈਂ ਨਾ ਲਿਖਿਆ ਹੋਵੇ। ਸਹੀ। ਉਹ ਡਰਾਮਾ ਇੰਡਸਟਰੀ ਵੱਲ ਸੁਣਿਆ ਤੁਸੀਂ? ਹਾਂਜੀ, ਡਰਾਮਾ ਇੰਡਸਟਰੀ ਵੱਲ ਤੇ ਹੈ, ਇਨਸ਼ਾਅੱਲਾ ਤਾਲਾ, ਅੱਲਾ ਨੇ ਚਾਹਿਆ ਤਾਂ ਬਹੁਤ ਸਾਰੀਆਂ ਚੀਜ਼ਾਂ ਪਾਈਪਲਾਈਨ 'ਚ ਹੈ ਨੇ।
ਠੀਕ ਹੋ ਅੱਲਾ ਨੇ ਚਾਹਿਆ ਤਾਂ ਇਨਸ਼ਾਅੱਲਾ ਵਕਤ ਦੇ ਨਾਲ, ਕਿਉਂਕਿ ਹਰ ਚੀਜ਼ ਦਾ ਇੱਕ ਵਕਤ ਮੁਕਰਰ ਆ। ਅਸੀਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਈਏ ਵਕਤ ਤੋਂ ਪਹਿਲੇ ਨਹੀਂ, ਉਹ ਆਪਣੇ ਵਕਤ ਤੇ ਦੋਸਤ ਅਹਿਬਾਬ ਨੇ ਤੁਹਾਡੇ ਤਲਕਾਤ ਕੈਸੇ ਨੇ, ਕਿਉਂਕਿ ਦੋਸਤ ਕਾਫੀ ਸਾਰੇ ਤੁਹਾਡੇ ਤੋਂ ਸ਼ਾਕੀ ਨੇ ਇਸ ਗੱਲ ਤੋਂ, ਇਸ ਗੱਲ ਤੋਂ ਕਿ ਫਾਰੂਕ ਸਾਹਿਬ ਜ਼ਿਆਦਾ ਲਿਫਟ ਨਹੀਂ ਕਰਾਉਂਦੇ। ਅਸਲ 'ਚ ਐਸਾ ਹੁੰਦਾ ਕਿ ਮੈਂ ਨਾ ਮਹਿਫਲਾਂ 'ਚ ਬਹੁਤ ਕਮ ਜਾਂਦਾ। ਮੈਂ ਕਹਿੰਦਾ ਜਿਹੜਾ ਉੱਥੇ ਟਾਈਮ ਜ਼ਾਇਆ ਕਰਨਾ ਜਾਂ ਚੁਗਲੀਆਂ ਕਰਨੀਆਂ ਨਾ ਲਿਖ ਲਓ ਠੀਕ ਹੈ, ਲੇਕਿਨ ਮੈਂ ਆਪਣੇ ਕਰੀਬੀ ਦੋਸਤਾਂ ਨੂੰ ਨਹੀਂ ਛੱਡਦਾ। ਮੈਂ ਉਹਨਾਂ ਦੇ ਨਾਲ ਨਾ ਜਾਣਾ। ਉਹਦਾ ਲਾਹੌਰ 'ਚ ਤਕਰੀਬਾਤ ਨੇ, ਅੱਛਾ ਇਨਵੀਟੇਸ਼ਨ ਕਾਰਡ ਆਉਂਦੇ, ਮੈਂ ਨਹੀਂ ਜਾਂਦਾ। ਮੈਂ ਕਹਿੰਦਾ ਠੀਕ, ਉੱਥੇ ਜਾਣ ਦਾ ਫਾਇਦਾ ਕੋਈ ਨਹੀਂ ਭਾਈ, ਆਪਣਾ ਮੈਂ ਚਲਾ ਵੀ ਜਾਣਾ ਕਿਤੇ ਜਿੱਥੇ ਬਹੁਤ ਸਾਰੇ ਦੋਸਤ ਅੱਛੇ ਹੋਣ। ਹੁਣ ਤੁਹਾਡੀ ਮਹਿਫਲ ਆ, ਬਹੁਤ ਸਾਰੇ ਫਿਆਜ਼ ਮਾਈ ਹੈ, ਆਪਣਾ ਕਾਦਰੀ ਸਾਹਿਬ ਨੇ, ਤਾਰਕ ਸਾਹਿਬ ਨੇ, ਆਪਣਾ ਇਹਨਾਂ ਮਹਿਫਲਾਂ ਨੂੰ ਅਸੀਂ ਨਹੀਂ ਛੱਡਦੇ। ਸਹੀ, ਸਭ ਨੇ ਜਾਣੇ ਆ, ਲੇਕਿਨ ਇਹ ਹੈ ਕਿ ਉੱਥੇ ਮੈਂ ਜਾਣਾ ਨਹੀਂ ਜ਼ਿਆਦਾ ਪਸੰਦ ਕਰਦਾ ਕਿ ਜਿੱਥੇ ਨਾ ਵਕਤ ਜ਼ਾਇਆ ਹੋਵੇ। ਫੈਸਲਾਬਾਦ 'ਚ ਵੀ ਕੋਈ ਗਰੋਹਬੰਦੀ ਹੈ ਜੀ? ਕੋਈ ਫੈਸਲਾਬਾਦ ਵਿੱਚ ਅਦਬੀ ਗਰੋਹਬੰਦੀ ਹੈ, ਇਸ ਤੋਂ ਇਲਾਵਾ ਤਾਂ ਹੈ ਹੀ ਕੁਛ ਨਹੀਂ। ਅੱਛਾ, ਆਰਟਸ ਕੌਂਸਲ ਮੈਂ ਤਾਂ ਸਮਝਦਾ ਇੱਕ ਛੋਟਾ ਏਰੀਆ ਵਾ ਤੇ ਇਸ ਕਰਕੇ ਅਦਬੀ ਗਰੋਹਬੰਦੀ ਇੱਥੇ ਨਹੀਂ ਹੋਏਗੀ। ਮੈਂ ਤੁਹਾਨੂੰ ਦੱਸਦਾ ਕਿ ਫੈਸਲਾਬਾਦ 'ਚ ਇੱਕ ਹੀ ਆਰਟਸ ਕੌਂਸਲ ਹੈ, ਫੈਸਲਾਬਾਦ ਹੈ ਆਰਟਸ ਕੌਂਸਲ। ਉਹਨਾਂ ਨੂੰ ਜਾ ਕੇ ਪੁੱਛੋ ਕਿ ਫੈਸਲਾਬਾਦ ਦੇ ਵਿੱਚ ਲਿਖਣ ਵਾਲੇ ਰਾਈਟਰ ਕੌਣ ਨੇ, ਉਹਨਾਂ ਨੂੰ ਪਤਾ ਹੀ ਨਹੀਂ ਹੋਣਾ। ਉਹਨਾਂ ਨੂੰ ਸਿਰਫ ਉਹਨਾਂ ਦੇ ਨਾਮ ਆਉਂਦੇ ਨੇ ਜਿਹੜੇ ਉਹਨਾਂ ਦੇ ਇਰਦ ਗਿਰਦ ਮੰਡਲਾਉਂਦੇ ਨੇ। ਅੱਛਾ, ਅਦਰਵਾਈਜ਼ ਉਹਨਾਂ ਨੂੰ ਪਤਾ ਹੀ ਨਹੀਂ ਕਿ ਇੱਥੇ ਫੈਸਲਾਬਾਦ ਦੇ ਵਿੱਚ ਐਸੇ ਰਾਈਟਰ ਨੇ ਜਿਹੜੇ ਪੇਡ ਰਾਈਟਰ ਨੇ, ਜਿਨ੍ਹਾਂ ਦੇ ਨਾਵਲ ਛਪੇ ਨੇ ਦਰਜਨਾਂ ਤੋਂ ਜ਼ਿਆਦਾ। ਇਹਨਾਂ ਨੂੰ ਪਤਾ ਹੀ ਨਹੀਂਗਾ। ਇਹਨਾਂ ਨੂੰ ਸਿਰਫ ਉਹ ਪਤਾ ਕਿ ਹਾਂਜੀ ਆਹ ਸ਼ਾਇਰ ਆ, ਇਹ ਜਿਹੜੇ ਇਰਦ ਗਿਰਦ ਨੇ। ਨਹੀਂ, ਮਤਲਬ ਉਹ ਕਿੱਥੋਂ ਡਾਟਾ ਇਕੱਠਾ ਕਰਨ, ਕਿੱਥੋਂ ਕੋਈ ਲੈਣ? ਅੱਛਾ, ਡਾਟਾ ਇਕੱਠਾ ਕਰਨਾ ਤਾਂ ਕੋਈ ਮੁਸ਼ਕਿਲ ਹੀ ਨਹੀਂ ਗਾ। ਆਰਟਸ ਕੌਂਸਲ ਹੈ, ਫੇਸਬੁੱਕ। ਇਹ ਤੇ ਹਰ ਬੰਦੇ ਨੂੰ ਖੁਦ ਨਹੀਂ ਜਾ ਕੇ ਕਰਨਾ ਚਾਹੀਦਾ ਜੀ ਮੇਰੇ 12 ਨਾਵਲ ਛਪੇ ਨੇ ਜੀ, ਮੇਰੇ 24 ਨਾਵਲ ਛਪੇ ਨੇ। ਇੱਕ ਮਿੰਟ ਠਹਿਰੋ, ਜਿਹੜਾ ਮਾਹੀ ਸਾਹਿਬ ਨੇ ਉਹਨਾਂ ਦੇ ਵੀ ਮੇਰਾ ਖਿਆਲ ਮਾਸ਼ਾਅੱਲਾ 12-14 ਨਾਵਲ ਤੇ ਉਹਨਾਂ ਦੇ। ਬਿਲਕੁਲ ਹੈ, ਮੈਂ ਤੁਹਾਨੂੰ ਦੱਸਦਾ ਸਰ, ਮਾਹੀ ਸਾਹਿਬ ਦਾ ਵੀ ਬੜਾ ਕੰਮ। ਦੇਖੋ ਅੱਜ ਤੁਸੀਂ ਸੋਸ਼ਲ ਮੀਡੀਆ 'ਚ ਹੋ, ਤੁਹਾਡੀ ਆਰਟਸ ਕੌਂਸਲ ਵੀ ਸੋਸ਼ਲ ਮੀਡੀਆ 'ਚ ਹੈ। ਇਹ ਤੁਸੀਂ ਆਰਟਸ ਕੌਂਸਲ ਡਾਇਰੈਕਟਰ ਕਿਹਨੂੰ ਬਣਾਉਂਦੇ? ਜਿਹੜਾ ਆਰਟ ਦੇ ਨਾਲ ਜਿਹਦਾ ਮੁਨਸਲਿਕ ਜਿਹੜਾ ਉਹਦਾ ਹੈ, ਉਹ ਬੰਦਾ ਹੀ ਬੇਖਬਰ ਆ। ਤੇ ਬੰਦਾ ਜਾ ਕੇ ਉਹਨੂੰ ਦੱਸੇ ਕਿ ਜਨਾਬ ਮੈਂ ਉਹਨੂੰ ਓਨਲੀ ਡਾਟਾ ਇਕੱਠਾ ਕਰਨਾ ਤਾਂ ਕੋਈ ਮੁਸ਼ਕਿਲ ਕੰਮ ਨਹੀਂ। ਮਜ਼ਾਕ ਦੇ ਤੌਰ ਤੇ ਅੱਜ ਉਹ ਇੱਕ ਪੋਸਟ ਲਗਾ ਦਿੰਦਾ ਸੋਸ਼ਲ ਮੀਡੀਆ ਤੇ ਕਿ ਫੈਸਲਾਬਾਦ ਦੇ तमाम ਰਾਈਟਰ ਮੇਰੇ ਨਾਲ ਰਾਬਤਾ ਕਰਨ, ਤੇ ਸਾਰੇ ਰਾਬਤਾ ਕਰਨਗੇ। ਉਹ ਕਹਿਣਗੇ ਮੈਨੂੰ ਡਾਟਾ ਭੇਜੋ। ਸਹੀ, ਸਾਰੇ ਡਾਟਾ ਭੇਜਣਗੇ। ਜਦੋਂ ਭੇਜਣਗੇ ਉਹਦੀ ਇਲਮ ਜਾਏਗਾ ਯਾਰ ਫੈਸਲਾਬਾਦ 'ਚ ਲਿਖਣ ਵਾਲੇ ਕੌਣ ਕੌਣ। ਮੈਂ ਕਹਿੰਦਾ ਉਹਦੀ ਅੱਖਾਂ ਖੁੱਲ ਜਾਣਗੀਆਂ। ਇੱਥੇ ਉਹਨਾਂ ਨੂੰ ਪਤਾ ਹੀ ਨਹੀਂ। ਯਾਨੀ ਕਿ ਅਦਬੀ ਗਰੋਹਬੰਦੀ ਜਿਹੜੀ ਆ ਉਹ ਖਤਮ ਹੋਣੀ ਚਾਹੀਦੀ ਹੈ। ਬਿਲਕੁਲ ਹੋਣੀ ਚਾਹੀਦੀ ਹੈ। ਕੋਈ ਇੱਕ ਫੈਸਟੀਵਲ ਵੀ ਸੁਣਿਆ ਤੁਹਾਡੇ ਹੋ ਰਿਹਾ ਇੱਥੇ, ਤੇ ਉਹਦੇ 'ਚ ਕੋਈ? ਹਾਂਜੀ, ਹਰ ਸਾਲ ਹੁੰਦਾ ਜੀ ਫੈਸਲਾਬਾਦ ਲਿਟਰੇਰੀ ਫੈਸਟੀਵਲ। ਅੱਛਾ, ਔਰ ਉਹਦੇ ਵਿੱਚ ਨਾ ਬਦਨਸੀਬੀ ਇਹ ਆ ਕਿ ਇਸ ਫੈਸਟੀਵਲ ਨੂੰ ਕਰਵਾਉਣ ਵਾਲੇ ਵੀ ਬਾਹਰੋਂ ਆਉਂਦੇ ਨੇ, ਔਰ ਜਿਹੜੇ ਆ ਕੇ ਬੋਲਦੇ ਨੇ ਉਹ ਵੀ ਬਾਹਰੋਂ ਹੀ ਬੋਲਦੇ ਨੇ ਆ ਕੇ। ਔਰ ਜਿਹੜੇ ਸੁਣਦੇ ਨੇ ਉਹਨਾਂ ਨੂੰ ਇਹਨਾਂ ਕੋਈ ਤਲਕ ਨਹੀਂ। ਉਹ ਸਿਰਫ ਇਹ ਦੇਖਦੇ ਨੇ ਕਿ ਅਸੀਂ ਯਾਰ ਇਹਨੂੰ ਦੇਖਣ ਆਏ ਹਾਂ, ਐਸ ਸੈਲੀਬ੍ਰਿਟੀ ਨੂੰ ਅਸੀਂ ਦੇਖਣ ਆਏ ਹਾਂ। ਸਹੀ ਸਹੀ ਸਹੀ। ਅਦਰਵਾਈਜ਼ ਉਹਨਾਂ ਨੂੰ ਹੈ ਹੀ ਨਹੀਂ। ਵਰਨਾ ਜਿੰਨੇ ਅਦੀਬ ਨੇ ਇਸ ਟਾਈਮ, ਜਿੰਨੇ ਰਾਈਟਰ ਨੇ ਇਸ ਟਾਈਮ, ਅੱਜ ਤੁਸੀਂ ਸੋਸ਼ਲ ਮੀਡੀਆ ਦੇਖੋ, ਸਾਰੇ ਤਾਂ ਬਾਈਕਾਟ ਕੀਤੇ ਬੈਠੇ ਨੇ। ਅੱਛਾ, ਵੀ ਅਸੀਂ ਸਾਨੂੰ ਤੇ ਕੋਈ ਨਹੀਂ ਬੁਲਾ ਰਹੇ। ਉਹ ਆਂਦੇ ਵੀ ਬਾਹਰੋਂ ਨੇ, ਬੁਲਾਇਆ ਵੀ ਬਾਹਰਲੇ ਲੋਕਾਂ ਨੂੰ ਜਾਂਦਾ। ਉਹ ਸੁਣਨ ਵਾਲੇ ਇੱਥੇ ਦੇ ਲੋਕਲ ਹੁੰਦੇ ਨੇ, ਉਹ ਵੀ ਸੁਣਨ ਨਹੀਂ ਆਉਂਦੇ, ਉਹ ਵੀ ਸਿਰਫ ਦੇਖਣ ਆਉਂਦੇ। ਵਰਨਾ ਉਹਨਾਂ ਦਾ ਅਦਬ ਦਾ ਪਤਾ ਹੀ ਕੋਈ ਨਹੀਂ ਇਹ ਗੱਲ ਕੀ ਹੋ ਰਹੀ ਹੈ। ਇੱਥੇ ਕੋਈ ਸ਼ਾਇਰ ਆਪਣਾ ਸ਼ੇਰ ਪੜ੍ਹਦਾ ਨਾ ਜੀ, ਉਹਨੂੰ ਵੀ ਨਹੀਂ ਪਤਾ ਹੁੰਦਾ ਇਹਨੇ ਕਿਹਾ ਕੀ ਹੈ। ਉਹ ਕਹਿੰਦਾ ਬਾਕੀ ਵਾਹ ਵਾਹ ਕਹਿ ਰਹੇ ਨੇ ਤੇ ਮੇਰਾ ਵੀ ਫਰਜ਼ ਬਣਦਾ ਕਿ ਮੈਂ ਵਾਹ ਵਾਹ ਕਹਾਂ। ਵਾਹ ਵਾਹ, ਬਸ ਇਹ ਗੱਲ ਹੈ। ਸਹੀ ਸਹੀ ਸਹੀ। ਤੇ ਹਾਲਾਂਕਿ ਇਹਦੇ ਵਿੱਚ ਅਗਰ ਫੈਸਲਾਬਾਦ ਆ ਤੇ ਫਿਰ ਫੈਸਲਾਬਾਦ ਦੇ ਲੋਕਾਂ ਨੂੰ ਬੁਲਾਓ। ਉਤਰਦੀ ਨਹੀਂ, ਬਿਲਕੁਲ ਉਤਰਦੀ ਹੈ ਜੀ। ਅਗਰ ਕਹਾਣੀ ਉਤਰੇਗੀ ਨਹੀਂ ਤੇ ਉਹ ਕਿਸ ਤਰ੍ਹਾਂ ਲਿਖੀ ਜਾਏਗੀ? ਬਿਲਕੁਲ ਕਹਾਣੀ ਉਤਰਦੀ, ਫਿਕਰੇ ਉਤਰਦੇ ਆ। ਮੇਰੇ ਨਾਲ ਵੀ ਇਹ ਐਸਾ ਹੁੰਦਾ ਕਿ ਮੈਂ ਕਦੀ ਨਹੀਂ। ਖਲੀਲੁਰ ਰਹਿਮਾਨ ਕਮਰ ਸਾਹਿਬ ਕਹਿ ਰਹੇ ਨੇ ਕਿ ਕਹਾਣੀ, ਚਲੋ ਕਹਾਣੀ ਦੀ ਉਹ ਗੱਲ ਨਹੀਂ ਕਰਦੇ, ਕਹਾਣੀ ਤੇ ਜ਼ਾਹਿਰ ਹੈ ਕਿ ਹਰ ਲਿਖਣ ਵਾਲੇ ਤੋਂ ਉਤਰਦੀ ਹੈ। ਉਹ ਗੱਲ ਕਰਦੇ ਕਿ ਪੂਰੇ ਦੇ ਪੂਰੇ ਜਿਹੜੇ ਮਿਸਰੇ ਆ ਨਾ, ਬਹਿਰ ਸਮੇਤ ਵਜ਼ਨ ਸਮੇਤ ਉਹਨਾਂ ਤੋਂ ਉਤਰਦੇ ਨੇ। ਉਹਨਾਂ ਨੂੰ ਕੋਈ ਕਥਾ ਬਰੀਦ ਕਰਨ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ। ਮੈਂ ਤੁਹਾਨੂੰ ਦੱਸ ਦਿੰਦਾ ਕਿ ਇਸ ਤਰ੍ਹਾਂ ਹੁੰਦਾ ਕਿ ਜਦੋਂ ਅਸੀਂ ਕੋਈ ਕਹਾਣੀ ਲਿਖ ਰਹੇ ਹੁੰਦੇ ਨਾ ਜੀ, ਸਾਡਾ ਨਾ ਸਾਰਾ ਫੋਕਸ ਉਸ ਕਹਾਣੀ ਤੇ ਹੁੰਦਾ। ਉਹ ਸਾਡੇ ਉੱਠਦੇ ਬੈਠਦੇ ਨਾ ਉਹਦੇ ਜੁਮਲੇ ਆਟੋਮੈਟਿਕ ਬਣ ਰਹੇ ਹੁੰਦੇ ਨੇ। ਮੇਰੇ ਨਾਲ ਖੁਦ ਵੀ ਹੁੰਦਾ। ਮੈਂ ਜਦੋਂ ਲਿਖਣ ਬੈਠਦਾ ਵਾਂ ਮੇਰੀਆਂ ਉਂਗਲਾਂ ਕੀਬੋਰਡ ਤੇ ਰੁਕਦੀਆਂ ਨਹੀਂ, ਅਲਹਮਦੁਲਿਲਾ। ਸਹੀ। ਮੈਂ ਪੂਰੇ ਦੇ ਪੂਰੇ ਜੁਮਲੇ ਜਿਹੜੇ ਨੇ ਉਹ ਮੈਂ ਲਿਖਦਾ। ਅਗਰ ਉਹ ਖਲੀਲੁਰ ਰਹਿਮਾਨ ਕਮਰ ਸਾਹਿਬ ਕਹਿੰਦੇ ਨੇ ਤੇ ਮੈਂ ਉਹਨਾਂ ਦੀ ਗੱਲ ਨਾਲ 100% ਇਤਫਾਕ ਕਰਦਾ। ਵੈਸੇ ਬਹੁਤ ਸਾਰੇ ਲੋਕ ਉਹਨਾਂ ਨਾਲ ਇਤਫਾਕ ਨਹੀਂ ਕਰਦੇ, ਬਹੁਤ ਸਾਰੇ ਨਹੀਂ ਕਰਦੇ, ਲੇਕਿਨ ਮੈਂ ਕਰਦਾ ਕਿਉਂਕਿ ਮੇਰੇ ਨਾਲ ਖੁਦ ਬਜ਼ਾਤੇ ਖੁਦ ਇਸ ਤਰ੍ਹਾਂ ਹੁੰਦਾ। ਮੈਂ ਜਦੋਂ ਲਿਖਦਾ ਨਾ ਤੇ ਮੈਂ ਇੰਨਾ ਜ਼ਿਆਦਾ ਸੋਚ ਵਿਚਾਰ ਨਹੀਂ ਕਰਦਾ, ਇੱਕ ਆਟੋਮੈਟਿਕਲੀ ਸਿਸਟਮ ਚੱਲ ਰਿਹਾ ਹੁੰਦਾ।
ਔਰ ਮੈਂ ਕਦੀ ਪੂਰੀ ਕਹਾਣੀ ਸੋਚ ਕੇ ਵੀ ਨਹੀਂ ਲਿਖਦਾ। ਠੀਕ ਹੋ ਗਿਆ। ਐਂਡ ਵੀ ਲਿਖਦੇ ਲਿਖਦੇ ਖੁਦ ਹੀ ਬਣਦਾ। ਅੱਛਾ ਅੱਛਾ, ਯਾਨੀ ਕਿ ਤੁਹਾਡਾ ਮੌਕਫ ਹੈ ਹੀ ਹੈ ਜੀ ਕਿ ਕਹਾਣੀ ਉਤਰਦੀ ਹੈ, ਬਿਲਕੁਲ ਆਪਣੇ ਫਿਕਰਿਆਂ ਦੇ ਹਿਸਾਬ ਨਾਲ ਉਤਰਦੀ, ਬਿਲਕੁਲ ਉਤਰਦੀ ਹੈ ਜੀ, ਇਹ 'ਚ ਕੋਈ ਸ਼ੱਕ ਨਹੀਂਗਾ। ਬਹੁਤ ਕਮ ਇਸ ਤਰ੍ਹਾਂ ਹੁੰਦਾ ਕਿ ਅਸੀਂ ਕਿਤੇ ਅਟਕਦੇ ਹਾਂ। ਮੈਂ ਜ਼ਿਆਦਾ ਜਿਹੜਾ ਨਾ ਕਹਾਣੀ ਦੇ ਐਂਡ ਤੇ ਅਟਕਦਾ। ਮਸਲਨ ਮੈਂ ਹੁਣ ਤਕਰੀਬਨ ਮੈਨੂੰ 1.5 ਮਹੀਨਾ ਹੋ ਗਿਆ, ਮੈਂ ਇੱਕ ਡਾਈਜੈਸਟ ਵਾਸਤੇ ਟਾਈਟਲ ਸਟੋਰੀ ਲਿਖ ਰਿਹਾ, ਤਾਂ ਮੈਂ 1.5 ਮਹੀਨੇ ਤੋਂ ਐਂਡ ਨਹੀਂ ਲਿਖ ਸਕਦਾ। ਮੈਂ ਐਂਡ ਤੇ ਜ਼ਰੂਰ ਰੁਕ। ਅਦਾਕਾਰੀ ਵੀ ਕੀਤੀ ਕੋਈ ਜ਼ਿੰਦਗੀ ਦੇ? ਅਦਾਕਾਰੀ ਬਸ ਇਹ ਹੈ ਕਿ ਆਪਣੀ ਬੇਗਮ ਔਰ ਬੱਚਿਆਂ ਦੇ ਸਾਹਮਣੇ ਬੜੀ ਕੀਤੀ ਹੈ। ਅੱਛਾ, ਔਰ ਕਰਦੇ ਰਹੀਦਾ। ਅੱਛਾ, ਯਾਰਾਂ ਦੋਸਤਾਂ ਨਾਲ ਕਰਦੇ। ਕੋਈ ਸਟੇਜ ਡਰਾਮੇ ਕਾਲਜ ਦੇ ਜਾਂ ਸਕੂਲ ਦੇ? ਨਹੀਂ, ਕਾਲਜ ਦੀ ਸ਼ਰਾਰਤਾਂ ਬਹੁਤ ਕੀਤੀਆਂ ਔਰ ਬੜੇ ਡਾਇਲਾਗ ਬੋਲੇ ਰਾਜ ਕੁਮਾਰ ਦੇ ਤੇ ਬਾਈ ਦੋ ਜ਼ਾਹਰ ਹੈ ਉਦੋਂ ਤੇ ਹੁੰਦਾ ਨਾ ਜਿਹੜਾ ਵੀ। ਲੇਕਿਨ ਇਹ ਹੈ ਕਿ ਕਿਸੇ ਦੇ ਸਾਹਮਣੇ ਅਦਾਕਾਰੀ ਦਾ ਨਾਲ ਹੈ ਕਿ ਮੇਰੇ ਆਪਣੇ ਡਰਾਮੇ ਲੱਗੇ। ਅੱਛਾ ਅੱਛਾ। ਤੇ ਇੱਕ ਦਫਾ ਮੈਨੂੰ ਖਾਲਿਦ ਰਸ਼ੀਦ ਸਾਹਿਬ ਕਹਿੰਦੇ ਕਿ ਯਾਰ ਇਹ ਕਰੈਕਟਰ ਤੁਸੀਂ ਕਰ ਲਓ। ਤੇ ਸਾਡਾ ਨਾ ਅੱਛਾ ਉਹ ਬਿਲਕੁਲ ਐਂਡ ਹੋ ਰਿਹਾ ਸੀਗਾ ਤੇ ਉਹ ਸ਼ੂਟਿੰਗ, ਤੇ ਮੈਨੂੰ ਕਹਿੰਦੇ ਯਾਰ 2 ਸੀਨ ਹੈ ਤੁਸੀਂ ਕਰ ਲਓ, ਨਹੀਂ ਤਾਂ ਸਾਨੂੰ ਰੁਕਣਾ ਪਏਗਾ, ਬੰਦਾ ਆਣੇਗਾ। ਤੇ ਮੈਂ ਕਿਹਾ ਯਾਰ ਮੇਰੇ ਕੋਲ ਹੋਣਾ ਨਹੀਂ। ਤੇ ਕੈਮਰੇ ਦੇ ਬੈਗ 'ਚ ਸਾਡੀਆਂ ਅਦਾਕਾਰੀਆਂ ਜਿਹੜੀਆਂ ਸਾਹ ਨਹੀਂ ਲੱਗੀਆਂ। ਅੱਛਾ, ਇਹਦਾ ਮਤਲਬ ਹੈ ਕਿ ਅਗਰ ਤੁਸੀਂ ਉਹ ਕਿਤੇ 2 ਕਰ ਜਾਂਦੇ, ਫੇ ਪਤਾ ਜਿਸ ਤਰ੍ਹਾਂ ਨਦੀਮ ਸਾਹਿਬ ਦੇ ਮੁਤਲਕ ਕਿਹਾ ਜਾਂਦਾ ਨਾ ਕਿ ਉਹ ਕਿਸੇ ਹੋਰ ਕੰਮ ਲਈ ਆਏ ਸੀ, ਲੇਕਿਨ ਉਹ ਅਦਾਕਾਰੀ ਦੇ ਉਹ ਗੁਲੂਕਾਰ ਬਣਨ ਵਾਸਤੇ ਆਏ ਸੀਗੇ ਤੇ ਉਹ ਤੁਹਾਨੂੰ ਵੀ ਕੋਈ ਸ਼ਾਇਦ। ਔਰ ਅਹਿਮਦ ਰੁਸ਼ਦੀ ਉਹ ਅਦਾਕਾਰ ਬਣਨ ਵਾਸਤੇ ਆਏ ਸੀ, ਉਹ ਗੁਲੂਕਾਰ ਬਣ ਗਏ। ਲੇਕਿਨ ਇਹ ਹੈ ਕਿ ਨਹੀਂ, ਅਦਾਕਾਰੀ ਜਿਹੜੀ ਹੈ ਨਾ ਜੀ, ਦੇਖੋ ਕੈਮਰੇ ਦੇ ਸਾਹਮਣੇ ਅਦਾਕਾਰੀ ਕਰਨਾ ਨਾ ਆਮ ਆਦਮੀ ਦਾ ਕੰਮ ਨਹੀਂ। ਜਦੋਂ ਕੈਮਰਾ ਚੱਲਦਾ ਨਾ ਤਾਂ ਵੱਡੇ ਵੱਡਿਆਂ ਦੇ ਤੋਤੇ ਉੱਡ ਜਾਂਦੇ। ਤੋਤੇ ਉੱਡ ਜਾਂਦੇ, ਔਖਾ ਕੰਮ। ਇਹ ਬੜਾ ਔਖਾ ਕੰਮ। ਹਮਸਾਇਆ ਮੁਲਕ 'ਚ ਵੀ ਕੋਈ ਤੁਹਾਡੇ ਕਿਸੇ ਨਾਵਲ ਦਾ ਤਰਜਮਾ ਹੋਇਆ ਜਾਂ ਨਹੀਂ ਸਰ ਜੀ? ਹਾਂ, ਉਹ ਅਗਰ ਹੋਇਆ ਹੋਏਗਾ ਤਾਂ ਮੈਨੂੰ ਨਹੀਂ ਪਤਾ। ਅੱਛਾ, ਤੁਹਾਨੂੰ ਨਹੀਂ ਪਤਾ। ਜਿੱਦਾਂ ਆਪਣੇ ਜਵੇਦ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਦੇ ਕਿਸੇ ਨਾਵਲ ਦਾ ਸ਼ਾਇਦ ਉਧਰ ਤਰਜਮਾ। ਜਵੇਦ ਚੌਧਰੀ ਦੀ ਗੱਲ ਕਰ ਰਹੇ? ਨਹੀਂ, ਆਪਣੇ ਜਵੇਦ ਸਾਹਿਬ, ਅਮਜਦ ਜਵੇਦ ਸਾਹਿਬ। ਦੇਖੋ ਅੱਜ ਕੱਲ ਨਾ ਫੇਸਬੁੱਕ ਇੱਕ ਐਸੀ ਚੀਜ਼ ਆ ਗਈ ਹੈ, ਤੁਸੀਂ ਉੱਥੇ ਬੈਠ ਕੇ ਕੋਈ ਚੀਜ਼ ਵੀ ਕਰ ਸਕਦੇ ਹੋ, ਲਿਖ ਸਕਦੇ ਹੋ। ਸਹੀ। ਅਗਰ ਤੁਹਾਡੇ ਕੋਲ ਉਹਦਾ ਚੀਜ਼ ਦਾ ਸਬੂਤ ਮੰਗੋ ਨਾ ਤੇ ਫੇਰ ਹੈ ਨਹੀਂ, ਫੇਰ ਉਹਦਾ ਨਹੀਂ। ਮੈਂ ਇਸ ਚੀਜ਼ ਦੇ ਖਿਲਾਫ ਹਾਂ। ਦੇਖੋ ਤੁਸੀਂ ਸਵਾਲ ਕੀਤਾ, ਮੈਂ ਕਿਹਾ ਮੈਨੂੰ ਨਹੀਂ ਪਤਾ। ਅਗਰ ਹੋਇਆ, ਦੇਖੋ ਪਿਛਲੇ ਦਿਨਾਂ ਦੇ ਵਿੱਚ ਇੱਕ ਬਹੁਤ ਬੜੀ ਵੈਬਸਾਈਟ ਆ, ਮੈਂ ਇਸ ਤਰ੍ਹਾਂ ਹੀ ਖੋਲੀ ਤੇ ਮੇਰਾ ਉਹਦੇ ਤੇ ਨਾਵਲ ਉਸ ਵੈਬਸਾਈਟ ਤੇ ਪਿਆ ਸੀ। ਉਹ ਵੈਬਸਾਈਟ ਤੇ ਬਲਕਿ ਉਹ ਮੇਰਾ ਖਿਆਲ ਸ਼ਾਇਦ ਕੋਈ ਆਡੀਓ ਵੀ ਤੁਹਾਡੇ ਕਿਸੇ ਉਹਦੀ। ਹਾਂਜੀ, ਆਡੀਓ ਵੀ ਮੇਰੀ ਉਹ ਚੱਲ ਰਹੀ ਹੈ ਤੇ ਉਹ ਹੋ ਰਿਹਾ, ਲੇਕਿਨ ਸਾਡੇ ਇਲਮ 'ਚ ਨਹੀਂ। ਜਿਹੜਾ ਆਡੀਓ ਕਰ ਰਿਹਾ ਉਹ ਤੁਹਾਨੂੰ ਉਹਨੇ ਪਰਮਿਸ਼ਨ ਲਈ ਜਾਂ ਦੱਸਿਆ? ਨਹੀਂ ਜੀ, ਨਾ ਉਹਨੇ ਲਈ, ਨਾ ਬਹੁਤ ਬੜੀ ਜਿਹੜੀ ਵੈਬਸਾਈਟ ਆ ਪਾਕਿਸਤਾਨ ਦੀ, ਨਾ ਉਹਨੇ ਲਈ। ਹਾਂਜੀ, ਮੈਂ ਦੇਖੀ, ਮੈਂ ਕਿਹਾ ਚਲੋ ਹੁਣ ਅੱਲਾ ਦੇ ਸਪੁਰਦ ਦਾ ਕੋਈ ਮਸਲਾ ਨਹੀਂ। ਤੇ ਉਹ ਚੱਲ ਰਹੀ ਹੈ, ਲੇਕਿਨ ਬਾਅਦ ਕਾ ਸਾਨੂੰ ਪਤਾ ਲੱਗਦਾ ਜਦੋਂ ਅਸੀਂ ਨੈਟ ਤੇ ਸਰਚ ਕਰਦੇ ਨਾ, ਉਦੋਂ ਸਾਨੂੰ ਪਤਾ ਲੱਗਦਾ ਕਿ ਯਾਰ ਸਾਡੇ ਕੰਮ ਨੂੰ ਕਿਸੇ ਨਾ ਕਿਸੇ ਨੇ ਹੱਥ ਪਾ ਲਿਆ, ਲੇਕਿਨ ਸਾਡੇ ਕੋਲ ਇਜਾਜ਼ਤ ਨਹੀਂ ਲਈ। ਹੁਣ ਇੰਡੀਆ ਦੀ ਗੱਲ ਹੈ ਨਾ, ਮੈਨੂੰ ਨਹੀਂ ਪਤਾ ਕਿ ਉੱਥੇ ਹੋਇਆ ਜਾਂ ਨਹੀਂ ਹੋਇਆ, ਲੇਕਿਨ ਇਹ ਹੈ ਕਿ ਹੁਣ ਮੈਂ ਫੇਸਬੁੱਕ ਦੇ ਵਿੱਚ ਨਾ ਜੀ ਰੋਜ਼ ਇੱਕ ਪੋਸਟ ਲਗਾ ਦਿਆਂ ਕਿ ਮੇਰੇ ਨਾਲ ਇੰਜ ਹੋ ਗਿਆ, ਮੈਂ ਇੰਜ ਹੋ ਗਿਆ, ਮੈਨੂੰ ਫਲਾਣੀ ਜਗ੍ਹਾ 'ਚੋਂ ਆਫਰ ਹੋ ਗਈ। ਇਹ ਬਹੁਤ ਆਸਾਨ। ਹੁਣ ਇੱਕ ਆਦਮੀ ਆ, ਮਸਲ ਮੈਂ ਸ਼ੁਰੂ ਤੋਂ ਲੈ ਕੇ, ਯਾਨੀ ਅਗਰ 1980 'ਚ ਜਾਂ 85 'ਚ ਗਾਲਬਨ ਮੈਂ ਲਿਖਣਾ ਸ਼ੁਰੂ ਕੀਤਾ, 80 'ਚ ਗਾਲਬਨ। ਅਗਰ ਮੈਂ ਅੱਜ ਦਾਵਾ ਕਰਦਾ ਕਿ ਮੈਂ 2000 ਕਹਾਣੀਆਂ ਲਿਖੀਆਂ ਤੇ ਮੇਰੇ ਕੋਲ 2000 ਕਹਾਣੀਆਂ ਦਾ ਕੋਈ ਸਬੂਤ ਨਹੀਂ, ਕਿਉਂਕਿ ਮੇਰੇ ਕੋਲ ਆਪਣੀਆਂ ਕਹਾਣੀਆਂ ਦਾ ਵੀ ਰਿਕਾਰਡ ਨਹੀਂ ਹੈ। ਮੈਂ ਉਹਦੇ 2000 ਕਹਾਣੀਆਂ ਦਾ ਨਾਮ ਉਦੋਂ ਲਵਾਂਗਾ ਜਦੋਂ ਮੇਰੇ ਕੋਲ ਇੱਕ ਕਹਾਣੀ ਮੌਜੂਦ ਹੋਏਗੀ। ਤੇ ਕੱਲ ਨੂੰ ਮੈਨੂੰ ਕਹੇਗਾ ਹਾਂ ਯਾਰ ਜਿਹੜੀ ਤੂੰ 2000 ਕਹਾਣੀਆਂ ਦੀ ਬਾਤ ਕੀਤੀ ਹੈ ਉਹਦਾ ਸਬੂਤ ਹੈ। ਮੇਰਾ ਆਪਣਾ ਬਹੁਤ ਸਾਰਾ ਮਵਾਦ ਮੇਰੇ ਕੋਲ ਨਹੀਂ ਹੈ। ਅੱਛਾ, ਤੁਹਾਡੇ ਕੋਲ? ਮੇਰੇ ਕੋਲ ਨਹੀਂ ਮਵਾਦ ਹੈ। ਬਹੁਤ ਸਾਰਾ ਮਵਾਦ ਮੇਰੇ ਕੋਲ। ਮਸਲ ਮੈਂ ਚਾਂਦ ਚੀਨਾ ਲਿਖਿਆ, ਉਹ ਫਿਰ ਤੁਹਾਡੇ ਨਾਲ ਲਿਖਿਆ, ਤੁਸੀਂ ਇਸ ਗੱਲ ਦੇ ਗਵਾਹ ਹੋ। ਸਹੀ। ਲੇਕਿਨ ਮੇਰੇ ਕੋਲ ਬਹੁਤ ਸਾਰਾ ਉਹਦਾ ਰਿਕਾਰਡ ਮੌਜੂਦ ਨਹੀਂ ਹੈ। ਸ਼ਾਇਰੀ ਵੀ ਕੀਤੀ ਤੁਸੀਂ? ਨਹੀਂ ਜੀ, ਸ਼ਾਇਰੀ ਤੋਂ ਅਲਹਮਦੁਲਿਲਾ ਬਚੇ ਰਹੇ ਹਾਂ ਜੀ। ਲੇਕਿਨ ਚਾਂਦ 'ਚ ਤੁਹਾਡੀ ਸ਼ਾਇਰੀ ਥੋੜੀ ਬਹੁਤ? ਹਾਂ, 1-2 ਗਜ਼ਲਾਂ ਜਿਹੜੀਆਂ ਸੀਗੀਆਂ ਉਹ ਮੈਂ ਬਣਾ ਕੇ ਲਿਖੀਆਂ ਸੀਗੀਆਂ ਮਜ਼ਾਕ ਦੇ ਤੌਰ ਤੇ। ਉਹ ਇਹਨਾਂ ਨੇ ਹਮ ਸਾਹਿਬ ਨੇ ਛਾਪ ਦਿੱਤੀਆਂ। ਲੇਕਿਨ ਉਸ ਤੋਂ ਬਾਅਦ ਫਿਰ ਕਦੀ ਕੋਈ ਜ਼ਰੂਰਤ ਨਹੀਂ ਕੀਤੀ। ਉਹ ਪ੍ਰਾਇੋਰਟੀ ਟੈਪ ਸੀ। ਯਾਨੀ ਕਿ ਤੁਸੀਂ ਸਮਝਦੇ ਹੋ ਕਿ ਸ਼ਾਇਰੀ ਦੇ ਜਰਾਸੀਮ ਜਿਹੜੇ ਆ? ਨਹੀਂ, ਜਰਾਸੀਮ ਹੈ ਨਹੀਂ, ਲੇਕਿਨ ਇਹ ਕਿ ਮੈਂ ਕਿਹਨੂੰ ਹੱਥ ਪਾਣਾ ਅੱਛੀ ਬਾਤ ਨਹੀਂ। ਤੇ ਇਸ ਲਈ ਬਿਹਤਰ ਇਹ ਆ ਕਿ ਜੋ ਕੰਮ ਅਸੀਂ ਕਰ ਸਕਦੇ ਹਾਂ ਜਾਂ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ ਉਹ ਨਹੀਂ ਕਰਨਾ ਚਾਹੀਦਾ। ਅੱਛਾ, ਬਾਜ਼ ਔਕਾਤ ਫੇਸਬੁੱਕ ਤੇ ਜਾਂ ਮੁਖਤਲਿਫ ਸੋਸ਼ਲ ਮੀਡੀਆ ਤੇ ਕੋਈ ਦੋਸਤ ਵਨ ਲਾਈਨਰ ਦੀ ਪੋਸਟਾਂ ਲਾਉਂਦੇ ਨੇ, ਵਨ ਲਾਈਨਰ ਭੇਜੋ, ਤੁਸੀਂ ਸਮਝਦੇ ਹੋ ਕਿ ਦੋਸਤਾਂ ਨੂੰ ਵਨ ਲਾਈਨਰ ਭੇਜਣੇ ਚਾਹੀਦੇ? ਨਹੀਂ, ਬਿਲਕੁਲ ਨਹੀਂ ਭੇਜਣੇ ਚਾਹੀਦੇ। ਵਨ ਲਾਈਨਰ ਤੇ ਇਕੱਠੇ ਕੀਤੇ ਜਾਂਦੇ ਨੇ ਔਰ ਉਸ ਤੋਂ ਬਾਅਦ ਫਿਰ ਉਹ ਗਾਇਬ ਹੋ ਜਾਂਦੇ ਨੇ। ਇਹਦੀਆਂ ਬਹੁਤ ਬਹੁਤ ਸਾਰੀਆਂ ਬੇਸ਼ੁਮਾਰ ਜਿਹੜੀਆਂ ਮਿਸਾਲਾਂ ਨੇ ਉਹ ਕਹਿਣ। ਅੱਛਾ। ਬਲਕਿ ਇੱਕ ਬਹੁਤ ਬੜਾ
100 ਲਫ਼ਜ਼ੀ ਕਹਾਣੀਆਂ ਲਿਖਣ ਵਾਲਾ ਵੀ ਸ਼ਖਸ ਸੀਗਾ, ਜਿਹਨੇ ਲੋਕਾਂ ਕੋਲੋਂ ਮੰਗਵਾਏ ਗਏ ਅੰਜਨ ਜੋ ਗੱਲ ਬਾਅਦ ਦੇ ਵਿੱਚ ਕਿੱਥੇ ਗਈਆਂ, ਕਿਸੇ ਨੇ ਛਾਪੀਆਂ, ਕਿਸੇ ਨੇ ਨਹੀਂ ਛਾਪੀਆਂ। ਹੋਰ ਵੀ ਬਹੁਤ ਬੜੀ ਰਾਈਟਰ ਆ ਉਹਨੇ ਮੰਗਵਾਉਂਦੇ ਨੇ, ਔਰ ਉਸ ਤੋਂ ਬਾਅਦ ਫਿਰ ਮੈਂ ਆਪਣਾ ਵਾਈਨ ਲਾਈਨਰ ਜਿਹੜਾ ਵਾ ਨਹੀਂ ਭੇਜਣਾ ਚਾਹੀਦਾ, ਨਹੀਂ ਦੇਣਾ, ਬਿਲਕੁਲ ਨਹੀਂ ਭੇਜਣਾ ਕਿਸੇ ਨੂੰ, ਬਿਲਕੁਲ ਨਹੀਂ। ਹਾਂ ਤੁਹਾਡੀ ਕਿਸੇ ਚੈਨਲ ਨਾਲ ਬਾਤ ਹੋ ਰਹੀ ਹੈ ਤੇ ਫਿਰ ਡਾਇਰੈਕਟ ਹੋਣਾ ਚਾਹੀਦਾ। ਅੱਛਾ, ਉਹਨੂੰ ਵਾਈਨ ਲਾਈਨਰ ਦੇਣ ਦਾ ਵੀ ਤਰੀਕਾਕਾਰ ਹੈਗਾ। ਤੁਸੀਂ ਬਹੁਤ ਬੜੇ ਕਿਸੇ ਚੈਨਲ ਨਾਲ ਵੀ ਬਾਤ ਕਰ ਰਹੇ ਤਾਂ ਉਹਦਾ ਵੀ ਇੱਕ ਤਰੀਕਾਕਾਰ ਹੈ ਕਿ ਜਿਹਦੇ ਨਾਲ ਤੁਸੀਂ ਵਾਈਨ ਲਾਈਨਰ ਦਿਓ ਵੀ ਤੇ ਖੁਫੀਆ ਵੀ ਰੱਖੋ, ਕਿਉਂਕਿ ਇੱਥੇ ਤੇ ਤੁਹਾਨੂੰ ਪਤਾ ਕਿ ਹੱਥੇ ਸਾਫ਼ ਹੁੰਦੇ ਨੇ ਰਾਈਟਰ ਦੇ ਆਈਡੀਆ ਜਿਹੜੇ ਨੇ ਉਹ ਚੁਰਾ ਲਏ ਜਾਂਦੇ। ਸਹੀ ਗੱਲ ਨਹੀਂ ਤੇ ਹੁਣ ਆਈਡੀਆ ਵੀ ਕਿੱਥੇ ਆਉਣ ਡਿਆ ਨੇ। ਹਾਂਜੀ, ਹੁਣ ਆਈਡੀਆ ਵੀ ਨਹੀਂ ਹੈ, ਹੁਣ ਰਾਈਟਰ ਵੀ ਨਹੀਂ ਹੈ। ਹੁਣ ਦੇ ਜੋ ਡਰਾਮੇਦਾਰ ਚੱਲ ਰਹੇ ਨੇ ਉਹ ਤੇ ਹੁਣ ਸੱਸ ਬਹੂ ਲੜਾਈ ਝਗੜਾ ਤੇ ਹਾਂ ਇੱਕ ਹੋਰ ਚੀਜ਼ ਆ ਗਈ ਹੈ ਕਿ ਹੁਣ ਇਸ਼ਕ ਐਸਾ ਦਿਖਾਇਆ ਜਾ ਰਿਹਾ ਕਿ ਜੇਠ ਨਾਲ ਦੇਵਰ ਨਾਲ ਜਿਹੜਾ ਕਿ ਸੋਸ਼ਲੀ ਨਹੀਂ ਉਹ ਚੀਜ਼ਾਂ ਅਜੀਬੋ ਗਰੀਬ ਚੱਲ ਰਿਹਾ। ਔਰ ਅੱਛਾ, ਇੱਕ ਡਰਾਮੇ 'ਚ ਨਹੀਂ ਦਿਖਾਇਆ ਜਾ ਰਿਹਾ, ਹਰ ਚੈਨਲ ਤੇ ਤਕਰੀਬਨ ਹਰ ਡਰਾਮੇ ਦਾ ਮੌਜੂ ਇੱਕ ਹੈ। ਮੈਨੂੰ ਤੇ ਬਾਜ਼ ਗਜ਼ ਐਸਾ ਨਾ ਲੱਗਦਾ ਹੈ ਕਿ ਸਾਰੇ ਰਾਈਟਰ ਉਹਨਾਂ ਨੇ ਇੱਕ ਕਮਰੇ 'ਚ ਬੰਦ ਕੀਤੇ, ਚੈਨਲ ਵਾਲੇ ਨੇ ਉਹ ਲਿਖ ਕੇ ਸੀਨ ਆਪਣੀ ਆਪਣੀ ਮਰਜ਼ੀ ਦਾ ਸੀਨ ਲਈ ਜਾਂਦੇ। ਨਹੀਂ ਹੁਣ ਦੇਖੋ ਨਾ, ਅਗਰ ਵਾਰਸ ਵਰਗਾ ਡਰਾਮਾ ਹੁਣ ਦੁਬਾਰਾ ਬਣਦਾ ਤਾਂ ਉਹਨੂੰ ਕੋਈ ਦੇਖਣਾ ਵੀ ਤਾਂ ਨਹੀਂ ਚਾਹੁੰਦਾ। ਸਰ ਜੀ ਉਹ ਦੇਖੋ ਉਸ ਦੌਰ ਦੇ ਵਿੱਚ ਸਾਡੇ ਕੋਲ ਐਂਟਰਟੇਨਮੈਂਟ ਦੀ ਇੱਕ ਹੀ ਚੀਜ਼ ਸੀਗੀ, ਟੀਵੀ। ਉਹ ਸਾਨੂੰ ਬੋਰ ਤਰੀਨ ਡਰਾਮਾ ਦਿਖਾਉਂਦਾ ਸੀ, ਅਸੀਂ ਬਹੁਤ ਖੁਸ਼ ਹੁੰਦੇ ਸੀ। ਉਹ ਸਾਨੂੰ ਅੱਛਾ ਡਰਾਮਾ ਦਿਖਾਉਂਦਾ ਸੀ ਤਦ ਵੀ ਅਸੀਂ ਖੁਸ਼ ਹੁੰਦੇ ਸੀ। ਲੇਕਿਨ ਉਸ ਦੌਰ ਦੇ ਹਿਸਾਬ ਨਾਲ ਅੱਛੀਆਂ ਕਹਾਣੀਆਂ ਸੀਗੀਆਂ, ਤਹਿਜ਼ੀਬ ਸੀ ਸਾਡੀ, ਉੱਥੇ ਮਕਾਲਮੇ ਅੱਛੇ ਹੁੰਦੇ ਸੀ, ਬਿਹਤਰੀਨ ਸੈੱਟ ਲੱਗੇ ਹੁੰਦੇ ਸੀਗੇ। ਹੁਣ ਉਹ ਚੀਜ਼ਾਂ ਨਹੀਂ ਹੈ। ਨਹੀਂ ਹੁਣ ਜੋ ਡਿਮਾਂਡ ਮੁਆਸ਼ਰੇ ਦੀ ਹੈ, ਡਰਾਮਾ ਵੀ ਤਾਂ ਫਿਰ ਉਹੀ ਲਿਖਿਆ ਜਾ ਰਿਹਾ ਨਾ ਜੀ। ਮਾਸ਼ਰੇ ਦੀ ਡਿਮਾਂਡ ਨਹੀਂ ਹੈ, ਮਾਸ਼ਰੇ ਦੇ ਉੱਪਰ ਮੁਸਲਤ ਕੀਤਾ ਜਾ ਰਿਹਾ। ਹਾਂ, ਡਿਮਾਂਡ ਬਣਾਈ ਜਾਂਦੀ, ਡਿਮਾਂਡ ਬਣਾਈ ਜਾ ਰਹੀ ਆ। ਹੁਣ ਇਹਦੇ ਪਿੱਛੇ ਕੌਣ ਆ, ਕਿਹੜੀ ਲਾਬੀ ਕੰਮ ਕਰ ਰਹੀ ਹੈ, ਉਹਦਾ ਖੋਜ ਕਰਨਾ ਚਾਹੀਦਾ। ਨਹੀਂ ਕਿਸੇ ਦੌਰ 'ਚ ਮਸਲਾ ਅਸੀਂ ਹਮਸਾਇਆ ਮੁਲਕ ਨੇ ਇੱਕ ਸੂਪ ਸੀਰੀਅਲ, ਸੂਪ ਸੀਰੀਅਲਾਂ ਬਣਾਈਆਂ ਜੀ ਪਾਕਿਸਤਾਨ 'ਚ ਵੀ ਬਣੀਆਂ, ਲੇਕਿਨ ਹੁਣ ਉਹ ਟ੍ਰੈਂਡ ਜਿਹੜਾ ਖਤਮ ਹੋ ਗਿਆ। ਹੁਣ ਡਰਾਮਾ ਫਿਰ ਪੁਰਾਣੇ ਰੂਟੀਨ ਤੇ ਡਗਰ ਤੇ 26 ਐਪੀਸੋਡ ਜਾਂ 46 ਐਪੀਸੋਡ ਜਾਂ 50 ਤੋਂ ਜ਼ਿਆਦਾ ਮੇਰਾ ਖਿਆਲ ਨਹੀਂ ਜਾ ਰਿਹਾ। ਤੇ ਮੇਰਾ ਖਿਆਲ ਨਹੀਂ ਬਣਨੀਆਂ ਚਾਹੀਦੀਆਂ। ਜੇ ਡਰਾਮਾ ਤੁਸੀਂ ਇੰਨਾ ਨਹੀਂ ਖਿੱਚ ਸਕਦੇ, 100 ਕਿਸ਼ਤਾਂ ਤੱਕ ਡਰਾਮਾ ਨਹੀਂ ਜਾਣਾ ਚਾਹੀਦਾ। ਜ਼ਾਹਰ ਇਸੇ ਤਰ੍ਹਾਂ ਨਾ ਇਨਸਾਨ ਦੀ ਜ਼ਿੰਦਗੀ ਹੈ, ਜਿਸ ਤਰ੍ਹਾਂ ਅਗਰ 100 ਸਾਲ ਲੈ ਕੇ ਜਾਓਗੇ ਤਾਂ ਉਹਦੇ 'ਚ 3 ਪੁਸ਼ਤਾਂ ਤੇ ਜਾਂਦੀਆਂ ਨਾ। ਫਿਰ ਮੇਰਾ ਜਿਹੜਾ ਖਿਆਲ ਹੈ ਨਾ ਖਾਲਦ ਸਾਹਿਬ, ਇਸ ਤਰ੍ਹਾਂ ਦਾ ਕਿ ਮੈਂ ਲੱਗ ਖੁਦ ਵੀ ਇਸ ਚੀਜ਼ ਨੂੰ ਰੱਖਦਾ ਅਖਬਾਰੇ 'ਚ। ਅੱਜ ਮੈਂ ਜਿੰਨੇ ਵੀ ਸਿਲਸਿਲੇ ਲਿਖਦਾ, ਜਿੱਥੇ ਮੈਂ ਸਮਝਦਾ ਨਾ ਕਿੱਥੇ ਯਾਰ ਹੁਣ ਸਟੋਰੀ ਵਾਈਂਡ ਅਪ ਹੋ ਜਾਣੀ ਚਾਹੀਦੀ। ਮਤਲਬ ਤੁਸੀਂ ਕਿਸੇ ਦੇ ਕਹਿਣ ਤੇ ਘੱਟ ਹੀ ਖਿੱਚਦੇ ਹੋ? ਹਾਂ, ਮੈਂ ਨਹੀਂ ਖਿੱਚਦਾ। ਮੈਂ ਤੁਹਾਨੂੰ ਇਹਦੀ ਮਿਸਾਲ ਦਿੰਦਾ ਕਿ ਕਮਾਲਪੁਰ ਦਾ ਕਮਾਲਾ ਜਿਹੜਾ ਨਾ ਜੀ, ਉਹ ਅਖਬਾਰੇ 'ਚ ਛਪਿਆ, ਮੇਰਾ ਟੋਟਲ ਮਜ਼ਾਹੀਆ ਨਾਵਲ ਸੀ। ਉਹ ਜਦੋਂ ਛਪਿਆ ਤੇ ਮੈਨੂੰ ਉਹਨਾਂ ਨੇ ਫੋਨ ਕੀਤਾ, ਉਹਨਾਂ ਨੇ ਕਿਹਾ ਜੀ ਇਹਨੇ ਕਿਸ਼ਤਾਂ बढ़ा ਦਿਓ। ਤੇ ਮੈਂ ਉਹਨਾਂ ਨੂੰ ਕਿਹਾ ਜੀ ਇਹਨਾਂ बढ़ाਉਣ ਦਾ ਫਾਇਦਾ ਕੋਈ ਨਹੀਂਗਾ, ਵਰਨਾ ਜਿਹੜੀ ਕਿ ਇੱਜ਼ਤ ਮਿਲੀ ਹੈ ਨਾ ਇਹ ਖਾਕ 'ਚ ਮਿਲ ਜਾਏਗੀ। ਇਹਨੂੰ ਅਸੀਂ ਇੱਥੇ ਹੀ ਵਾਈਂਡ ਅਪ ਕਰਦੇ ਹਾਂ। ਕੁਛ ਅਰਸੇ ਬਾਅਦ ਨਾ ਮੇਰਾ ਸੀਕੁਐਂਸ ਲਿਖ ਦੇਂਗੇ ਕਿਸੇ ਹੋਰ ਹਿਸਾਬ ਨਾਲ। ਤੇ ਉਹਨਾਂ ਨੇ ਇਤਫਾਕ ਕੀਤਾ, ਉਹਨਾਂ ਨੇ ਕਿਹਾ ਹਾਂ ਠੀਕ ਆ ਬਾਤ, ਤੇ ਉਹ ਵਾਈਂਡ ਅਪ ਹੋ ਗਿਆ। ਔਰ ਉਸ ਤੋਂ ਬਾਅਦ ਫਿਰ ਮੈਂ ਇਹਦਾ ਇੱਕ ਯਾਨੀ ਉਹ ਵੀ 1 ਸਾਲ 1.5 ਸਾਲ ਬਾਅਦ ਮੈਂ ਉਹਦਾ ਦੁਬਾਰਾ ਲਿਖਿਆ, ਉਹ ਫਿਰ ਆਪਣੀ ਜਗ੍ਹਾ ਚੱਲਿਆ।